ਹਾਂਜੀ ਸ਼ੁਰੂ ਕਰਦੇ ਹਾਂ ਆਪਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਟੌਪਿਕ ਆਪਾਂ ਸਟਾਰਟ ਕੀਤਾ ਹੋਇਆ ਪੋਲਿਟੀ ਦਾ, ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਤੇ ਕੱਲ ਦੀ ਕਲਾਸ ਦੇ ਵਿੱਚ ਆਪਾਂ ਇੰਟਰੋਡਕਸ਼ਨ ਪਾਰਟ ਲਗਭਗ ਫਿਨਿਸ਼ ਕਰਤਾ ਸੀਗਾ। 2-4 ਮਿੰਟ ਦੀ ਕਲਾਸ ਹੈ ਤੇ ਉਹਦੇ ਨਾਲ ਫਿਰ ਆਪਾਂ ਇੰਟਰੋਡਕਸ਼ਨ ਪਾਰਟ ਅੱਜ ਸਮਾਰ ਕੇ ਖਤਮ ਕਰ ਦਾਂਗੇ, ਠੀਕ ਹੈ। ਉਸ ਤੋਂ ਬਾਅਦ ਫਿਰ ਆਪਣਾ ਚੱਲ ਪਊਗਾ ਇੰਡੀਅਨ ਕਨਸਟੀਟਿਊਸ਼ਨ। ਪਰ ਯਾਦ ਰੱਖਣਾ, ਕੱਲ ਆਪਾਂ ਸਟਾਰਟ ਕੀਤਾ ਸੀਗਾ, ਕੱਲ ਆਪਾਂ ਸਟਾਰਟ ਕੀਤਾ ਸੀ ਬੱਚੋ ਸ਼ਡਿਊਲ, ਸੂਚੀਆਂ, ਸ਼ਡਿਊਲਸ ਆਫ ਕਨਸਟੀਟਿਊਸ਼ਨ। ਬੜਾ ਮੈਂ ਕੋਈ ਇੱਕ ਰਿਵੀਜ਼ਨ ਕਰ ਦੇਣਾ। ਸੂਚੀ ਨੰਬਰ 1 ਚ ਆਪਾਂ ਦੇਖਿਆ ਲਿਸਟ ਆਫ ਸਟੇਟਸ ਐਂਡ ਯੂਟੀ ਸੀਗਾ। ਸੂਚੀ ਨੰਬਰ 2 ਚ ਬੱਚੋ ਸੈਲਰੀ ਸੀਗਾ। ਸੂਚੀ ਨੰਬਰ 3 ਚ ਸੌਹਾਂ ਸੀਗੀਆਂ। 4 ਚ ਸੀਟਾਂ ਸੀਗੀਆਂ। 5ਵਾਂ 6ਵਾਂ ਸੇਮ ਹੈ, ਸੇਮਿਟ ਸੀਗਾ ਫॉर ਨਾਰਥ ਈਸਟਰਨ। ਤੇ 7ਵੇਂ ਚ ਡਿਵੀਜ਼ਨ ਆਫ ਪਾਵਰ। ਤੇ 8ਵੇਂ ਚ ਲਿਸਟ ਆਫ ਆਫੀਸ਼ੀਅਲ ਲੈਂਗੁਏजेस, ठीक है। ਹੁਣ ਆਪਾਂ ਸਟਾਰਟ ਕਰਨਾ ਹੈ, ਅੱਜ ਦੀ ਫਰੈਸ਼ ਚੀਜ਼ ਕਰਨੀ ਹੈ। ਤਾਂ ਬੱਚੋ ਇਹ ਹੈਗੀ ਆਪਣੀ ਸੂਚੀ ਨੰਬਰ 9ਵੀਂ। ਜਿਹਨੂੰ ਮੈਂ ਇਹ ਵੀ ਕਿਹਾ ਸੀਗਾ ਵੀ ਸੂਚੀਆਂ ਪਹਿਲਾਂ ਸੀਗੀਆਂ 8, ਅੱਜ ਹੈਗੀਆਂ 12 ਤੇ 4 ਕੀ ਹੈ, ਆਪਾਂ ਕਰੀਏ ਅਮੈਂਡਮੈਂਟ। ਆਪਾਂ ਕਰੀਏ ਅਮੈਂਡਮੈਂਟ, ਮਤਲਬ ਆਪਾਂ ਹੁਣ ਨਾਲ ਅਮੈਂਡਮੈਂਟ ਨੰਬਰ ਵੀ ਦੇਖਣਾ, ਠੀਕ ਹੈ। ਚਲੋ ਸੂਚੀ ਨੰਬਰ 9ਵੀਂ ਪਹਿਲਾਂ ਦੇਖਣਾ ਆਪਾਂ ਕਦੋਂ ਐਡ ਕੀਤੀ ਹੈ। ਇਹਦਾ ਪੜਾਕਾ ਤਾਂ ਮਗਰ ਹੀ ਪਾਤਾ ਆਪਾਂ। ਦੇਖੋ ਸੂਚੀ ਨੰਬਰ 9ਵੀਂ ਆਪਾਂ ਕਦੋਂ ਐਡ ਕੀਤੀ ਹੈ। ਐਡਡ ਬਾਈ ਫਸਟ ਅਮੈਂਡਮੈਂਟ 1951। ਐਡਡ ਬਾਈ ਫਸਟ ਅਮੈਂਡਮੈਂਟ 1951। ਐਡਡ ਬਾਈ ਫਸਟ ਅਮੈਂਡਮੈਂਟ 1951। ਮਸਲ ਕੱਲ ਵੀ ਕਿਹਾ ਸੀਗਾ ਵੀ ਇਹ ਜ਼ਿੰਦਗੀ ਦਾ ਪੱਕਾ ਅਸੂਲ ਬਣਾ ਲਓ ਵੀ ਅਮੈਂਡਮੈਂਟ ਦੇ ਨਾਲ ਸਾਲ ਪੱਕਾ, ਠੀਕ ਹੈ। ਦੇਖੋ ਫਿਰ ਕੀ ਸੀ ਕੌਮਾ, ਇਟ ਕੰਟੇਨਸ the provisions regarding land reforms। लैंड की गल की गई है। लैंड हिंदुस्तान का अज भी सब तो कंट्रोवर्शियल मुद्दा है, अज भी बहुत बर्निंग इशू है। हिंदुस्तान का तगड़ा बंदा कब्जा कर रहा है, उन्होंने पता मेरा माड़ा की कर दूगा, माड़ा निक्की मोटियां अदालतां धक्के खाऊगा, खाई जाते आपां की लेना। लैंड के रिगार्डिंग हिंदुस्तान जो भी एक्ट ने, जो भी रिफॉर्म्स ने, जो भी ऑर्डर्स ने, सब कुछ आप पढ़ना है। मैं तुहानूं परसों का आखी ना, परसों का भी आप सिर्फ हले कर रहे हैं इंट्रोडक्शन, ठीक है। सूची नंबर 10वीं तो बहुत ज्यादा खलारा पाया है, खास तौर पर हिंदुस्तान की सारी सियासत ने गंद पाया है। वो सूची नंबर 10वीं है। पहला आप देखना है 10वीं सूची ऐड कदों की गई है। एडेड बाय 52nd अमेंडमेंट, 52वीं अमेंडमेंट 1985। एडेड बाय 52वीं अमेंडमेंट 1985। सूची नंबर 10वीं ऐड की गई है 52वीं अमेंडमेंट 1985, कॉमा इट कंटेन्स प्रोविजंस रिगार्डिंग, बहुत कीमती है, रिगार्डिंग डिस्क्वालिफिकेशन ऑफ अ मेंबर। किस आधार पे डिस्क्वालिफिकेशन, क्यों, कॉमा ऑन द ग्राउंड्स ऑफ डिफेक्शन। ये सारी चीज देखनी है आपां। हाँ अज वास्ते भी आपां की लिखे है भी कहते मैंबर नूं डिस्क्वालीफाई कर देना, किस आधार ते कर देना, जेकर कहंदे डिफेक्शन कर दे। वैसे है तो इन्फेक्शन ही है भी पार्टी दे विच जिहड़ा बंदा इन्फेक्शन कर दे उन्हें डिफेक्शन कर दो। किवें की कह रहे हैं, मेरे कहने का मतलब की है भी जिवें आपां अखबारां सुनते हुंदे हैं भी जीमनी चोणां, जिवें अपने तलवंडी अपनी मानसा कन्नी होऊगा, वैसे हुंदा नहीं, मानसा कन्नी सियासत ही गंदी है हिंदुस्तान की। तो कुल मिला के पटियाले होया सी ਤੇ ਗੁਰਦਾਸਪੁਰ ਕੰਨੀ ਵੀ ਹੋਇਆ ਸੀ ਇਹ। ਤੇ ਕੁੱਲ ਮਿਲਾ ਕੇ ਤਲਵੰਡੀ ਕੀ ਸੀਗਾ, ਜਿਵੇਂ ਆਪਣੇ ਤਲਵੰਡੀ ਸੀ ਜੀਤ ਮਹਿੰਦਰ ਦਾ ਕੇਸ ਹੈ। ਜੀਤ ਮਹਿੰਦਰ ਇੱਥੇ ਸਿਟਿੰਗ ਐਮਐਲਏ ਸੀਗਾ, ਉਹ ਸੀਗਾ ਕਾਂਗਰਸ ਪਾਰਟੀ ਦਾ ਸੀਗਾ ਉਹ, ਪਰ ਉਹ ਕਿੱਧਰ ਰਲ ਗਿਆ, ਸ਼੍ਰੋਮਣੀ ਅਕਾਲੀ ਦਲ ਚ ਰਲ ਗਿਆ, ਉਹ ਬਣ ਗਿਆ ਅਕਾਲੀ, ਪਰ ਸੀ ਉਹ ਕਾਂਗਰਸ ਦਾ ਐਮਐਲਏ। ਉਹਨੂੰ ਜਿਤਾਇਆ ਕਿਹਨੇ ਸੀ, ਕਾਂਗਰਸੀਆਂ ਨੇ। ਚੋਣ ਨਿਸ਼ਾਨ ਸੀ ਤਾਂ ਪੰਜੇ ਤੇ ਉਹ ਐਮਐਲਏ ਹੈ, ਉਹ ਕਿੱਧਰ ਰਲ ਗਿਆ, ਅਕਾਲੀਆਂ ਚ ਰਲ ਗਿਆ। ਹੁਣ ਉਧਰ ਰਲ ਗਿਆ ਤਾਂ ਉਹ ਫਿਰ ਉਧਰ ਰਲੂਗਾ ਨਾਟ ਐਜ਼ ਅ ਐਮਐਲਏ, ਉਹਨੂੰ ਪਹਿਲਾਂ ਐਮਐਲਏਸ਼ਿਪ ਤੋਂ ਅਸਤੀਫਾ ਦੇਣਾ ਪਊਗਾ, ਉਹ ਐਜ਼ ਅ ਆਮ ਮੈਂਬਰ ਰਲੂਗਾ। ਫਿਰ ਉੱਥੇ ਵੋਟਾਂ ਦੁਬਾਰੇ ਪੈਂਦੀਆਂ ਨੇ, ਉੱਥੇ ਵੋਟਾਂ ਫਿਰ ਕੇ ਦੁਬਾਰੇ ਪੈਂਦੀਆਂ, ਜਿਹਨੂੰ ਆਪਾਂ ਕਹਿੰਦੇ ਜੀਮਨੀ ਚੋਣਾਂ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕੋਈ ਚੱਕਰ ਵਾਲੀ ਗੱਲ ਨਹੀਂ, ਅੱਜ ਸਮਝ ਕਿੰਨਾ ਮਰਜ਼ੀ ਘੱਟ ਆਵੇ, ਕਿਉਂਕਿ ਅੱਗੇ ਫੁੱਲ ਡਿਟੇਲ ਦੇ ਵਿੱਚ ਸਭ ਕੁਝ ਆਊਗਾ, ਠੀਕ ਹੈ। ਯਾਦ ਰੱਖਣਾ ਹੈ ਵੀ ਸੂਚੀ ਨੰਬਰ 10ਵੀਂ ਚ ਕੀ ਹੈ,
ਐਡਡ ਬਾਈ 52ਵੀਂ ਅਮੈਂਡਮੈਂਟ 1985। ਇਹਦੇ ਵਿੱਚ ਗੱਲ ਕੀਤੀ ਗਈ ਹੈ ਡਿਫੈਕਸ਼ਨ ਦੀ। ਚਲੋ ਵੀ ਸੂਚੀ ਨੰਬਰ 11ਵੀਂ, ਸੂਚੀ ਨੰਬਰ 11ਵੀਂ, ਸੂਚੀ ਨੰਬਰ 11ਵੀਂ ਐਡਡ ਬਾਈ, ਸੂਚੀ ਨੰਬਰ 11ਵੀਂ ਐਡਡ ਬਾਈ, सूची नंबर 11वीं एडेड बाय 73rd अमेंडमेंट, एडेड बाय 73rd अमेंडमेंट 1992, एडेड बाय 73rd अमेंडमेंट 1992। ਇਹਦੇ ਵਿੱਚ ਕੀ ਹੈ ਕੌਮਾ it contains the provisions, it contains the provisions regarding panchayats, मतलब ਇਹਦੇ ਵਿੱਚ ਗੱਲ ਕੀਤੀ ਗਈ ਹੈ ਪੰਚਾਇਤਾਂ ਦੀ, ਇਹਦੇ ਵਿੱਚ ਗੱਲ ਕੀਤੀ ਗਈ ਹੈ ਪੰਚਾਇਤਾਂ ਦੀ। ਤੁਹਾਡੇ ਇਹ ਵੀ ਯਾਦ ਹੋਊਗਾ ਕੱਲ ਬੱਚਿਓ ਆਪਾਂ ਸੂਚੀ ਨੰਬਰ 7ਵੀਂ ਪੜ੍ਹੀ ਸੀਗੀ। ਸੂਚੀ ਨੰਬਰ 7 ਵਿੱਚ ਕੀ ਸੀਗਾ ਡਿਵੀਜ਼ਨ ਆਫ ਪਾਵਰ, मतलब ਪਾਵਰਾਂ ਦੀ ਵੰਡ ਕੀਤੀ ਹੋਈ ਸੀ। ਯੂਨੀਅਨ ਲਿਸਟ, ਸਟੇਟ ਲਿਸਟ ਤੇ ਕਨਕਰੈਂਟ ਲਿਸਟ। ਉੱਥੇ ਫਿਰ ਆਪਾਂ ਨਾਲ ਕੀ ਲਿਖਿਆ ਸੀ, ਉੱਥੇ ਆਪਾਂ ਨਾਲ ਲਿਖਿਆ ਸੀ ਮਸਲੇ, ਵੀ ਯੂਨੀਅਨ 'ਚ 100 ਮਸਲਾ ਹੈ, ਸਟੇਟਾਂ 'ਚ 61 ਮਸਲੇ ਹੈ, ਤੇ मतलब ਦੋਨਾਂ ਦੇ ਵਿੱਚ 52 ਮਸਲੇ ਹੈ। ਉਸੇ ਤਰੀਕੇ ਨਾਲ ਪੁੱਛਿਆ ਪੰਚਾਇਤਾਂ ਕੋਲੇ ਕਿੰਨੇ ਮਸਲੇ ਹੈ, ਤਾਂ ਆਪਾਂ ਟਿਕ ਲਾਵਾਂਗੇ 29 ਸਬਜੈਕਟਸ। ਇਹਨਾਂ ਕੋਲੇ 29 ਮਸਲੇ ਹੈ, ਇਹਨਾਂ ਕੋਲੇ 29 ਸਬਜੈਕਟਸ ਹੈ, 29। चलो भी फिर सूची नंबर 12वीं, सूची नंबर 12वीं सुखना आखिरी सूची है ते एदा पड़ाका फिर मगर ही पाता आपां एडेड बाय हाय 74th अमेंडमेंट 1992। ਇਹਨੂੰ ਐਡ ਕੀਤਾ ਗਿਆ 74ਵੀਂ ਅਮੈਂਡਮੈਂਟ 1992 ਦੇ ਵਿੱਚ। ਕੁਛ ਨਹੀਂ ਕਰਨਾ, ताहां जिथे पाया पंचायतां उत्थे पालो म्यूनिसिपैलिटीज, बस लिख लो एडेड बाय 74th अमेंडमेंट 1992 कॉमा it contains provisions regarding municipalities, it contains provision regarding municipalities, याद रखियो ਇਹਦੇ ਵਿੱਚ ਕਿੰਨੇ ਸਬਜੈਕਟ ਹੈ 18। ਕਾਰਪੋਰੇਸ਼ਨਾਂ ਕੋਲੇ ਕਿੰਨੇ ਮਸਲੇ ਹੁੰਦੇ ਆ 18 ਤੇ ਪੰਚਾਇਤਾਂ ਕੋਲੇ 29, ਸਮਝ ਗਏ। ਯੂਨੀਅਨ ਕੋਲੇ 100, ਸੂਬਿਆਂ ਕੋਲੇ 61, ਕਨਕਰੈਂਟ ਵਿੱਚ 52, 29, 18। ਇਹ ਆਪਣੀਆਂ ਸਾਰੀਆਂ ਸੂਚੀਆਂ। ਇੱਕ ਵਾਰ ਫਿਰ ਆਪਾਂ ਕੋਈ ਰਿਵੀਜ਼ਨ ਕਰਦੇ ਹਾਂ। सूची नंबर 1 च की है लिस्ट ऑफ स्टेट्स एंड ड्यूटीज, सूची नंबर 2 च की है सैलरीज, सूची नंबर 3 च की है फॉर्म्स ऑफ ओथ्स एंड एफर्मेशंस, सूची नंबर 4 च सीटां दी वंड है। 5वां 6वां सेम है। 6वें च की है फॉर नॉर्थ ईस्टर्न, 7वें च की है डिवीजन ऑफ पावर, 8वें च की है लिस्ट ऑफ लैंग्वेजेस, 9वें च की है लैंड रिफॉर्म्स, 10वें च की है एंटी डिफेक्शन, 11वें च की है पंचायतां, 12वें च की है म्यूनिसिपैलिटीज। समझ गए। ये अपने की है सूचियां अपने संविधान दियां। चलो भी ਹੁਣ ਆਪਣਾ ਇੰਟਰੋਡਕਸ਼ਨ ਪਾਰਟ ਸਮਾਪਤ ਹੁੰਦਾ। ਹੁਣ ਆਪਾਂ ਸੰਵਿਧਾਨ ਦਾ ਰਜਿਸਟਰ ਚੱਕ ਲਿਆ, ਸਮਝ ਲਓ ਰਜਿਸਟਰ ਮੇਰੇ ਹੱਥ 'ਚ ਹੈ, ਆ ਮੈਂ ਰਜਿਸਟਰ ਚੱਕੀ ਬੈਠਾ, ਠੀਕ ਹੈ। ਤੇ ਕੁੱਲ ਮਿਲਾ ਕੇ ਜਦੋਂ ਫਿਰ ਆਪਾਂ ਰਜਿਸਟਰ ਨੂੰ ਖੋਲਦੇ ਹਾਂ, ਆਪਾਂ ਗੱਤਾ ਜਿਲਤ ਗੱਤਾ ਪੜਦੇ ਹਾਂ। ਗੱਤੇ ਜਿੱਥੇ ਆਪਣਾ ਗੰਦ ਪਾਇਆ ਪਿਆ ਹੁੰਦਾ, ਪੈਨ ਚਲਾ ਚਲਾ ਦੇਖਦੇ ਨੇ ਆਪਾਂ, ਗੱਤੇ ਦੇ ਨਾਂ ਲਿਖਿਆ ਪਿਆ ਹੁੰਦਾ ਆਪਣਾ ਸਾਈਡ ਖੂੰਜੇ ਤੇ, ਉਸੇ ਗੱਤੇ ਦੀ ਗੱਲ ਕਰ ਰਹੇ ਹਾਂ, ਕਿਉਂਕਿ ਸੰਵਿਧਾਨ ਆਪਣਾ ਗੱਤੇ ਤੋਂ ਸਟਾਰਟ ਹੁੰਦਾ ਹੈ। ਗੱਤੇ 'ਚੋਂ ਸਵਾਲ ਬਣਨਾ, ਗੱਤੇ 'ਚੋਂ, ਕਿਉਂਕਿ ਗੱਤੇ ਤੇ ਆਪਣਾ ਕੀ ਲਿਖਿਆ ਹੋਇਆ ਹੈ ਪ੍ਰੀਅੰਬਲ, ਗੱਤੇ ਤੇ ਆਪਣਾ ਲਿਖਿਆ ਹੋਇਆ ਪ੍ਰੀਅੰਬਲ, ਜਿਹਨੂੰ ਕਹਿੰਦੇ ਆ ਪ੍ਰਸਤਾਵਨਾ। ਇਹ ਤੇ ਲਿਖਿਆ ਹੋਇਆ ਪ੍ਰਸਤਾਵਨਾ। ਤੁਸੀਂ ਸਕੂਲਾਂ ਵਿੱਚ ਕਿਤਾਬਾਂ ਤੇ ਜਿਲਦਾਂ ਤੇ ਹੁਣ ਵੀ ਦੇਖਿਆ ਹੋਊਗਾ, NCERT ਬੁੱਕਸ ਤੇ ਤਾਂ ਪੱਕਾ ਹੀ ਲਿਖਿਆ ਹੁੰਦਾ ਗੱਤੇ ਤੇ, ਉਹਨੂੰ ਬੋਲਦੇ ਆ ਪ੍ਰੀਅੰਬਲ। ਤੇ ਸਾਰਾ ਸਮਝ ਲਓ ਪ੍ਰੀਅੰਬਲ ਕੀ ਹੈ। ਪ੍ਰੀਅੰਬਲ ਹੈਗਾ ਬੱਚੋ ਲਿਖ ਲਓ, ਇਟ ਇਜ਼ ਦ ਇੰਟਰੋਡਕਸ਼ਨ। ਪ੍ਰੀਅੰਬਲ ਕੀ ਹੈ? ਇਟ ਇਜ਼ ਦ introduction of our constitution, it is the introduction of our constitution। ਪੰਜਾਬੀ ਸਿੱਧਾ ਸਰਲ ਭਾਸ਼ਾ ਦੇ ਵਿੱਚ ਪ੍ਰੀਅੰਬਲ ਕੀ ਹੈ? ਆਪਣੇ ਸੰਵਿਧਾਨ ਦਾ ਫਰੰਟ ਪੇਜ ਹੈ।
ਜਿਹੜਾ ਕਿ ਆਪਾਂ ਨੂੰ ਸਾਰੇ ਸੰਵਿਧਾਨ ਦਾ ਇੱਕ ਕਰਕਸ ਦੱਸਦਾ ਹੈ ਵੀ ਆਪਣਾ ਦੇਸ਼ ਕੀ ਚੀਜ਼ ਹੈ, ਆਪਣੇ ਦੇਸ਼ 'ਚ ਕੀ ਖੁਸ਼ ਹੈ, ਆਪਣੇ ਦੇਸ਼ ਲੋਕਾਂ ਨੂੰ ਕੀ ਕੁਛ ਮਿਲੂਗਾ। ਸਮਝ ਗਏ? ਉਹ ਸਾਰਾ ਕੁਛ ਕਿੱਥੇ ਹੈ? ਉਹ ਸਾਰਾ ਕੁਛ ਆਪਣੇ ਪ੍ਰੀਐਂਬਲ ਤੇ ਹੈ। ਮਤਲਬ ਇਹ ਇੰਟਰੋਡਕਸ਼ਨ ਹੈ, ਇਹ ਇੱਕ ਫਰੰਟ ਪੇਜ ਹੈ ਤੇ ਇਹ ਫਰੰਟ ਪੇਜ ਆਪਾਂ ਨੂੰ ਬਣਾਉਣਾ ਬਹੁਤ ਜ਼ਰੂਰੀ ਹੈ। ਬਣਾਉਣਾ ਮਤਲਬ ਕੱਲਾ ਕੱਲਾ ਪੁਆਇੰਟ ਇਹਦੇ ਵਿੱਚ ਅੱਜ ਤੋਂ ਬਾਅਦ ਆਪਣੇ ਦਿਮਾਗ 'ਚ ਹੋਣਾ ਚਾਹੀਦਾ। ਸਾਰਾ ਪ੍ਰੀਐਂਬਲ ਆਪਾਂ ਰੱਟ ਲੈਣਾ ਹੈ, ਫਿਰ ਦੇਖਣਾ ਇਹਦੇ ਵਿੱਚੋਂ ਸਵਾਲ ਕਿਵੇਂ ਬਣਨਗੇ। ਠੀਕ ਹੈ, ਨਾਲ ਦੀ ਨਾਲ ਕਾਪੀ ਪੈਨ ਚੱਕ ਲਓ ਆਪਦਾ, ਕਿਉਂਕਿ ਮੈਂ ਸਾਰਾ ਪ੍ਰੀਐਂਬਲ ਲਿਖਣ ਜਾ ਰਿਹਾ ਹਾਂ ਕਿ ਆਪਣਾ ਪ੍ਰੀਐਂਬਲ, ਆਪਣਾ ਪ੍ਰਸਤਾਵਨਾ ਸਟਾਰਟ ਕਿਵੇਂ ਹੁੰਦਾ ਹੈ। ਲਓ ਵੀ ਪੇਸ਼ ਕਰਨ ਜਾ ਰਹੇ ਹਾਂ ਪ੍ਰੀਐਂਬਲ। ਵੀ ਦ ਪੀਪਲ ਆਫ ਇੰਡੀਆ, ਵੀ ਦ people of India have solemnly resolved। सर देख लो, सर समझाएंगे आप भी पेपर च आपको की पूछेंगे। We the people of India have solemnly resolved to constitute India, to constitute India into sovereign, socialist, sovereign, socialist, secular, democratic and republic। ਇਹ ਆਪਣੇ ਸੰਵਿਧਾਨ ਦਾ ਪ੍ਰੀਐਂਬਲ ਹੈ, ਨੋਟ ਕਰ ਲਓ, ਪਰ ਸਮਝੇ ਪੇਪਰ 'ਚ ਕੀ ਪੁੱਛਣਗੇ। ਫਿਰ ਪਾਉਣਾ ਅਗਲੀ ਲਾਈਨ ਦੇ ਵਿੱਚ, ਮੇਰੀ ਲਾਈਨ ਤਾਂ ਕੁਦਰਤੀ ਚਲ ਮੁੱਕ ਗਈ, ਫਿਰ ਪਾਉਣਾ ਅਗਲੀ ਲਾਈਨ ਦੇ ਵਿੱਚ ਪਾਉਣਾ ਹੈ ਜਸਟਿਸ, ਅਗਲੀ ਲਾਈਨ 'ਚ ਪਾਉਣਾ ਹੈ ਲਿਬਰਟੀ, ਅਗਲੀ ਲਾਈਨ 'ਚ ਪਾਉਣਾ ਹੈ ਇਕੁਐਲਿਟੀ, ਅਗਲੀ ਲਾਈਨ 'ਚ ਪਾਉਣਾ ਹੈ ਫਰੈਟਰਨਿਟੀ ਤੇ ਇਸੇ ਲਾਈਨ 'ਚ ਅੱਗੇ ਜਾ ਕੇ ਪਾਉਣਾ ਹੈ ਇੰਟੀਗ੍ਰਿਟੀ, ਇੰਟੀਗ੍ਰਿਟੀ। ਸਮਝ ਗਏ? ਇਹ ਆਪਣੇ ਸੰਵਿਧਾਨ ਦਾ ਫਰੰਟ ਪੇਜ ਹੈ ਜਿਹੜਾ ਅੱਜ ਤੋਂ ਬਾਅਦ ਹਰ ਸਮੇਂ ਆਪਣੇ ਦਿਮਾਗ ਦੇ ਵਿੱਚ ਫਿੱਟ ਹੋਣਾ ਚਾਹੀਦਾ। ਕਿਤੇ ਮਰਜ਼ੀ ਪੜ੍ਹਦੇ, ਕਿਤੇ ਮਰਜ਼ੀ, ਬੇਸ਼ੱਕ ਦੀ ਬੱਸ 'ਚ ਬੈਠੇ ਆ, ਕਨੈਕਟਰ ਪੁੱਛ ਲੇ ਵੀ ਸੁਣਾਓ ਹੈ ਪ੍ਰੀਐਂਬਲ, ਉਹ ਕਹਿੰਦੇ ਵੀ ਦ ਪੀਪਲ ਆਫ ਇੰਡੀਆ have solemnly resolved to constitute India into sovereign, socialist, secular, democratic republic। ਸਮਝ ਗਏ? ਫੱਟੇ ਚੱਕੀ ਤੁਰੀ ਜਾਣੇ ਆ, ਫੱਟੇ ਚੱਕੀ ਤੁਰੀ। ਨਾਲ ਨਾਲ ਲਿਖ ਲਓ, ਸਾਰਾ ਨੋਟ ਕਰ ਲਓ, ਫਿਰ ਆਪਾਂ ਇਹਦੇ ਸਾਰੇ ਪੇਪਰ ਦੇ ਅਕੋਰਡਿੰਗ ਕੀਮਤੀ ਪੁਆਇੰਟ ਸ਼ੁਰੂ ਕਰਾਂਗੇ। We the people of India have solemnly resolved to constitute India into sovereign, socialist, secular, democratic republic। Justice, liberty, equality, fraternity। Justice, liberty, equality, fraternity। ਚਲੋ ਵੀ ਹੁਣ ਧਿਆਨ ਦਿਓ ਪੇਪਰਾਂ ਦੇ ਸਵਾਲ। ਪਹਿਲੀ ਗੱਲ ਤਾਂ ਜਿਹੜੇ ਮੈਂ ਆ 5 ਅੱਖਰ ਵੱਡੇ ਵੱਡੇ ਲਿਖੇ ਹੈ, ਸੋਵਰਨ ਲਿਖਿਆ ਹੈ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ, ਇਹ ਪੰਜੇ यूपीएससी पीपीएससी तक सैकड़े बार आ चुके हैं भी ये पंजे अखर लैनो वार चिन्हो, ये पंजे अखर अरेंज करो भी प्रीएम्बल च पहला केड़ा आउंदा है, फिर केड़ा आउंदा है, फिर केड़ा आउंदा है, याद रखियो। ठीक है, पहला सॉवरन, फिर सोशलिस्ट, फिर सैक्यूलर, फिर डेमोक्रेटिक ते फिर रिपब्लिक। ਜਿਹੜੇ ਆਪਣੇ ਮੂਲ 3 ਅੱਖਰ ਹੈ ਵੀ ਦ ਪੀਪਲ, ਯਾਦ ਰੱਖਣਾ ਹੈ ਵੀ ਦ ਪੀਪਲ। ਇਹ ਆਪਾਂ ਕਿਸੇ ਮੁਲਕ ਦੀ ਕਾਪੀ ਕਰੀ ਹੈ ਤੇ ਆਪਾਂ ਨੂੰ ਕਾਪੀ ਕਰਨ ਲੱਗੇ ਉਹਨੂੰ ਜਮੀ ਸੰਗ ਨਹੀਂ ਲੱਗੀ ਵੀ ਇਹੋ ਜਿਹੇ ਮੁਲਕ ਦੀ ਆਪਾਂ ਕਾਪੀ ਕਰੀ ਜਾਂਦੇ ਆ ਵੀ ਉਹੀ ਇੱਕ ਗਰੀਬ ਜਿਹਾ ਮੁਲਕ ਹੈ, ਉਹ ਨੰਗ ਜਿਹਾ ਮੁਲਕ ਹੈ, ਭੁੱਖੇ ਮਰਦੇ ਆ ਉਹਨਾਂ ਦਾ ਸੰਵਿਧਾਨ ਸਟਾਰਟ ਆਈ ਹੁੰਦਾ। ਆਪਾਂ ਉਹਨਾਂ ਦਾ ਅੱਖਰ ਚੱਕ ਲਏ ਤਾਂ ਆਪਾਂ ਲਿਖ ਲਿਆ ਵੀ ਦ ਪੀਪਲ ਆਫ ਇੰਡੀਆ, ਤੇ ਉਹ ਗਰੀਬ ਜਿਹਾ ਮੁਲਕ ਸਾਨੂੰ ਪਤਾ ਹੀ ਆ ਕਿਹੜਾ ਗਾ ਵੀ ਇਹ ਤਿੰਨੇ ਅੱਖਰ ਆਪਾਂ ਕਾਪੀ ਕਰੇ ਹੈ US ਕਨਸਟੀਟਿਊਸ਼ਨ ਤੋਂ। ਇਹ ਹੈਗਾ ਵਿਚਾਰਾ ਗਰੀਬ ਜਿਹਾ ਮੁਲਕ ਆ, ਇਹ ਤਿੰਨੇ ਅੱਖਰ ਆਪਾਂ ਕਾਪੀ ਕਰਿਆ ਅਮਰੀਕਾ ਤੋਂ। ਅਮਰੀਕਾ ਦਾ ਸੰਵਿਧਾਨ ਸਟਾਰਟ ਆਈ ਹੁੰਦਾ, ਅਮਰੀਕਾ ਦਾ ਸੰਵਿਧਾਨ ਸਟਾਰਟ ਆਈ ਹੁੰਦਾ ਜਿੱਥੇ ਉਹ ਕੀ ਲਿਖਦੇ ਆ ਵੀ ਦ ਪੀਪਲ ਆਫ ਯੂਨਾਈਟਿਡ ਸਟੇਟਸ। ਆਪਾਂ ਨੂੰ ਅੱਖਰ ਜੱਜ ਗਏ, ਆਪਾਂ ਅੱਖਰ ਚੱਕ ਲਏ, ਆਪਾਂ ਲਿਖਤਾ ਵੀ ਦ ਪੀਪਲ ਆਫ ਇੰਡੀਆ। ਸਮਝ ਗਏ ਮੇਰਾ ਪੁਆਇੰਟ ਕੀ ਕਰ ਰਿਹਾ ਹੈ ਵੀ ਦ ਪੀਪਲ, ਇਹ ਤਿੰਨੇ ਅੱਖਰ ਆਪਾਂ ਕਾਪੀ ਕਰੇ ਹੈ US ਕਨਸਟੀਟਿਊਸ਼ਨ। ਤੇ ਆ ਪੰਜੇ ਅੱਖਰ ਕੀ ਹੈ
ਲੈਣੋਂ ਵਾਰ ਯਾਦ ਰੱਖਣੇ ਹੈ। ਆਪਾਂ ਫਸਟ ਕਲਾਸ ਦੇਖਿਆ ਸੀ ਪੋਲਿਟੀ ਦੀ ਫਸਟ ਕਲਾਸ ਦੇ ਵਿੱਚ। ਆਪਣਾ ਸੰਵਿਧਾਨ ਕਦੋਂ ਲਾਗੂ ਹੋਇਆ? ਆਪਣਾ ਸੰਵਿਧਾਨ ਕਦੋਂ ਲਾਗੂ ਹੋਇਆ? ਬੋਲੋ ਵੀ, ਬੋਲਦੇ ਨੇ ਤੁਸੀਂ, ਸਾਰਾ ਸੁਣ ਰਿਹਾ ਮੈਨੂੰ, ਕਿਸੇ ਦਾ ਵੀ ਸਹੀ ਨਹੀਂ ਹੋਇਆ, ਕਿਸੇ ਦਾ ਵੀ। ਆਪਣਾ ਸੰਵਿਧਾਨ ਕਮਲਿਓ ਬੰਦਿਓ ਲਾਗੂ ਹੋਇਆ 26 ਜਨਵਰੀ 1950 ਨੂੰ। ਯਾਦ ਰੱਖਿਓ, ਯਾਦ। ਉਦੋਂ ਨਾ ਤਾਂ ਸੰਵਿਧਾਨ ਦੇ ਵਿੱਚ ਆ ਅੱਖਰ ਤੇ ਨਾ ਸੰਵਿਧਾਨ ਦੇ ਵਿੱਚ ਆ ਅੱਖਰ ਤੇ ਨਾ ਸੰਵਿਧਾਨ ਦੇ ਵਿੱਚ ਆ ਅੱਖਰ, ਇਹ ਤਿੰਨੇ ਅੱਖਰ ਆਪਣੇ ਸੰਵਿਧਾਨ ਦੇ ਵਿੱਚ ਹੈ ਨਹੀਂ ਸੀ। ਇਹ ਸਭ ਤੋਂ ਕੀਮਤੀ ਪੁਆਇੰਟ ਹੈ। ਇਹ ਤਿੰਨੇ ਅੱਖਰ ਬਾਅਦ ਵਿੱਚ ਐਡ ਹੋਣਗੇ। ਉਦੋਂ ਵੀ ਕੀਮਤੀ ਪੁਆਇੰਟ ਹੈ ਵੀ ਕਦੋਂ ਕਿਹੜੀ ਅਮੈਂਡਮੈਂਟ ਸੀ। ਦੇਖੋ the words मतलब अक्षर्स, the words socialist, secular and integrity were not there in the original constitution, were not there in the original constitution, comma, they were added by, ਇਹ ਤਿੰਨੇ ਕਦੋਂ ਐਡ ਕੀਤੇ ਗਏ ਹੈ? they were added by 42ਵੀਂ ਅਮੈਂਡਮੈਂਟ 1976, 42nd ਅਮੈਂਡਮੈਂਟ 1976, ਠੀਕ ਹੈ। 42ਵੀਂ ਅਮੈਂਡਮੈਂਟ 1976 ਦੇ ਵਿੱਚ ਇਹ ਐਡ ਕੀਤੇ ਗਏ ਹੈ। ਇਹ ਚੀਜ਼ ਆਪਾਂ ਯਾਦ ਰੱਖਣੀ ਹੈ। ਪੇਪਰ ਹਿਸਾਬ ਨਾਲ ਬਹੁਤ ਕੀਮਤੀ ਪੁਆਇੰਟ ਹੈ। ਤੇ ਸੁਖਣਾ ਤਿੰਨੇ ਵਰਡ ਅੱਜ ਵੀ ਅਖਬਾਰਾਂ ਤੇ ਦੇਖਣ ਸੁਣਨ ਨੂੰ ਮਿਲਦੇ ਆ। ਸੋਸ਼ਲਿਸਟ ਕੀ ਹੁੰਦਾ ਹੈ? ਵੀ ਸਮਾਜ ਦੇ ਵਿੱਚੋਂ ਗਰੀਬੀ ਅਮੀਰੀ ਖਤਮ ਕਰ ਦੇਣੀ ਚਾਹੀਦੀ ਹੈ। ਸਾਰਾ ਮੁਲਕ ਇੱਕੋ ਹੀ ਗਰਾਊਂਡ ਲੈਵਲ ਤੇ ਹੋਣਾ ਚਾਹੀਦਾ ਹੈ। ਵੀ ਤਕੜੇ ਬੰਦੇ ਦਾ ਪੈਸਾ ਕੋਈ ਗਰੀਬਾਂ 'ਚ ਵੰਡ ਦੇਣਾ ਚਾਹੀਦਾ ਹੈ। ਸਮਾਜਵਾਦੀ ਸੋਚ ਜਿਹਨੂੰ ਆਪਾਂ ਕਹਿੰਦੇ ਆ। ਸੈਕੂਲਰ ਅੱਜ ਹਿੰਦੁਸਤਾਨ ਦਾ ਮੇਨ ਮੁੱਦਾ ਹੈ ਵੀ ਸੈਕੂਲਰ ਕੀ ਹੁੰਦਾ ਹੈ। ਹੈਗੋ ਆਈਡੀਆ ਸੈਕੂਲਰ ਕੀ ਹੁੰਦਾ ਹੈ? ਟਰਾਂਸਲੇਸ਼ਨ ਨਹੀਂ ਕਰਨੀ। ਆ ਧਰਮ ਧੁਰਮ ਮੇਰੇ ਪਿਸ਼ਕਸ਼ ਪੁਸ਼ਕਸ਼ ਇਹੋ ਜਿਹਾ ਕੁਛ ਨਹੀਂ ਬੋਲਣਾ। ਆਪਾਂ ਡਿਫਾਈਨ ਕਰਨਾ ਹੈ ਵੀ ਸੈਕੂਲਰ ਹੁੰਦਾ ਕੀ ਹੈ। ਯਾਦ ਰੱਖਿਓ, ਸੈਕੂਲਰ ਆਪਾਂ ਉਸ ਮੁਲਕ ਨੂੰ ਬੋਲਦੇ ਹਾਂ ਜਿਸ ਮੁਲਕ ਦਾ ਆਪ ਦਾ ਕੋਈ ਧਰਮ ਆਫੀਸ਼ੀਅਲੀ ਨਾ ਹੋਵੇ, ਉਹਨੂੰ ਕਹਿੰਦੇ ਆਪਾਂ ਸੈਕੂਲਰ। ਵੀ ਜਿਸ ਮੁਲਕ ਦੇ ਵਿੱਚ ਧਰਮ ਦੀ ਗੱਲ ਨਾ ਹੁੰਦੀ ਹੋਵੇ। ਤਾਂ ਕਿੰਨਾ ਹਾਸਾ ਆਉਂਦਾ ਹੈ ਵੀ ਹਿੰਦੁਸਤਾਨ 'ਚ ਤਾਂ ਇਕੱਲੀ ਗੱਲ ਹੁੰਦੀ ਧਰਮਾਂ ਦੀ ਹੈ। ਤਾਂ ਕਰਕੇ ਹੈ ਵੀ ਸੰਵਿਧਾਨ ਕੀ ਹੈ? ਅਜੂਬਾ ਹੀ ਹੈ। ਸੰਵਿਧਾਨ ਆਪਣਾ ਕੀ ਹੈ? ਅਜੂਬਾ ਹੀ ਹੈ। ਪਾਕਿਸਤਾਨ ਹੈ, ਪਾਕਿਸਤਾਨ ਇਜ਼ ਨਾਟ ਸੈਕੂਲਰ। ਪਾਕਿਸਤਾਨ ਸੈਕੂਲਰ ਨਹੀਂ ਹੈਗਾ ਤੇ ਆਪਦਾ ਫਰਜ਼ ਨਿਭਾ ਵੀ ਰਹੇ ਹੈ, ਕਿਉਂਕਿ ਉਹਨਾਂ ਨੇ ਸੰਵਿਧਾਨ 'ਚ ਲਿਖਿਆ ਵੀ ਸਾਡਾ ਆਫੀਸ਼ੀਅਲ ਰਿਲੀਜਨ ਕੀ ਹੈ? ਇਸਲਾਮ ਹੈ। ਤਾਂ ਆਪਾਂ ਕੀ ਲਿਖਿਆ ਵੀ ਇੰਡੀਆ ਦਾ ਆਫੀਸ਼ੀਅਲ ਰਿਲੀਜਨ ਕਿਹੜਾ ਹੈ? ਕਾਟਾ। ਦਿਸ ਕਾਟਾ ਇਜ਼ ਕਾਲਡ ਸੈਕੂਲਰ। ਵੀ ਜਿਸ ਮੁਲਕ ਦਾ ਕੋਈ ਵੀ ਧਰਮ ਨਾ ਹੋਵੇ। ਸਮਝੇ ਗੱਲ? ਪਰ ਇੱਥੇ ਸਰਕਾਰਾਂ ਦੇ ਧਰਮ ਹੀ ਹੈ। ਦਿਨ ਰਾਤ ਲੀਡਰ, ਚਾਹੇ ਉਹ MP ਹੈ, ਚਾਹੇ ਮੰਤਰੀ ਸੰਤਰੀ ਹੈ, ਸ਼ਰੇਆਮ ਹਿੰਦੂ ਮੁਸਲਮਾਨ ਸ਼ਰੇਆਮ ਲੜਾਈ ਜਾਂਦੀ ਹੈ। ਦਿੱਲੀ 'ਚ ਆਪਾਂ ਦੇਖ ਕੇ ਹਟੇ ਹਾਂ ਵੀ ਕਿਵੇਂ BJP ਵਾਲੇ MLA ਸ਼ਰੇਆਮ ਬੋਲਦੇ ਫੜੇ ਗਏ ਹੈ। ਸ਼ਰੇਆਮ ਗੁੰਡਾ ਰਾਜ ਚੱਲ ਰਿਹਾ, ਗੁੰਡਾ ਰਾਜ। ਯਾਦ ਰੱਖਣਾ ਜੀ ਆਪਾਂ ਵੀ ਮਤਲਬ ਸੈਕੂਲਰ ਇਹ ਸਿਰਫ ਅਖਬਾਰਾਂ ਤੇ ਲਿਖਿਆ ਸੋਹਣਾ ਲੱਗਦਾ ਹੈ, ਬੱਚਿਆਂ ਨੂੰ ਪੜ੍ਹਾਉਣ ਵਾਸਤੇ ਸੋਹਣਾ ਲੱਗਦਾ ਹੈ। ਅਸਲ ਦੇ ਵਿੱਚ ਕੁਛ ਨਹੀਂ ਹੈਗਾ, ਕੋਈ ਤੰਤ ਵਾਲੀ ਗੱਲ ਨਹੀਂ ਹੈਗੀ। ਠੀਕ ਹੈ, ਚਲੋ ਵੀ ਅਗਲਾ ਪੁਆਇੰਟ ਆਪਾਂ ਦੇਖਦੇ ਹਾਂ। ਜਿਹੜੇ ਆ ਅੱਖਰ ਹੈ ਲਿਬਰਟੀ, ਇਕੁਐਲਿਟੀ, ਫਰੈਟਰਨਿਟੀ। ਲਿਬਰਟੀ ਮਤਲਬ ਆਪਾਂ ਨੂੰ ਆਜ਼ਾਦੀ ਹੈ ਤੇ ਕੁਛ ਮਰਜ਼ੀ ਕਰੋ। ਅੱਜ ਆਪਾਂ ਕਲਾਸ ਦੀ ਰਿਕਾਰਡਿੰਗ ਕਰ ਰਹੇ ਹਾਂ, ਮਰਜ਼ੀ ਹੈ, ਕੋਈ ਰੋਕ ਟੋਕ ਨਹੀਂ। ਇੱਥੋਂ ਕੋਈ ਆ ਕੇ ਆਈ ਆਪਣਾ ਮੋਬਾਈਲ ਬੰਦ ਕਰਾ ਦੂਗਾ ਵੀ ਤੁਸੀਂ ਰਿਕਾਰਡਿੰਗ ਕਿਉਂ ਕਰ ਰਹੇ ਹੋ। ਮਰਜ਼ੀ ਹੈ ਆਪਣੀ ਬਈ, ਆਪਣਾ ਕੋਈ ਕੈਮਰਾ ਇਹ ਬੰਦ ਕਰਾ ਹੀ ਨਹੀਂ ਸਕਦਾ। ਸਮਝੇ ਗੱਲ? ਇਕੁਐਲਿਟੀ ਮਤਲਬ ਸਮਾਨਤਾ ਹੋਣੀ ਚਾਹੀਦੀ ਹੈ। ਫਰੈਟਰਨਿਟੀ ਇੰਟੀਗ੍ਰਿਟੀ ਕੀ ਹੁੰਦਾ? ਫਰੈਟਰਨਿਟੀ ਕੀ ਹੁੰਦਾ? ਆਪਾਂ ਭਾਈਚਾਰਾ ਨਹੀਂ ਹੁੰਦਾ। ਚਲੋ ਹਾਂ, ਭਾਈਚਾਰਾ ਹੁੰਦਾ ਹੈ। ਚਲੋ ਮੰਨ ਲਓ ਆਪਾਂ ਅੱਜ ਤੱਕ ਸਿੱਖਿਆ ਪੜ੍ਹੀ ਕੀ ਹੈ? ਭਾਈਚਾਰਾ। ਪਰ ਕਮਲਾ ਬੰਦਾ ਭੈਣਚਾਰਾ ਕੋਈ ਨਹੀਂ ਕਹਿੰਦਾ। ਉਹ ਕਮਲਿਓ ਬੰਦਿਓ ਭੈਣਚਾਰਾ ਵੀ ਕਹਿ ਲਓ, ਭਾਈਚਾਰਾ ਵੀ ਹੁੰਦਾ ਹੈ, ਭੈਣਚਾਰਾ ਵੀ ਹੁੰਦਾ ਹੈ। ਵੀ ਆਪਾਂ ਨੂੰ ਸਾਰਾ ਕੁਝ ਬਣਾ ਕੇ ਰੱਖਣਾ ਚਾਹੀਦਾ ਹੈ। ਆਪਣਾ ਸੁਪਨਾ ਲੀਡਰ ਵੀ ਐਂ ਕਹਿੰਦੇ ਭੈਣਚਾਰਾ ਬਣਾ ਕੇ ਰੱਖੋ।
ਕਹਿੰਦੇ ਨਹੀਂ ਆਪਣੇ ਐ, ਆਪਣੇ ਕਹਿੰਦੇ ਆ ਭਾਈਚਾਰਾ ਬਣਾ ਕੇ ਰੱਖੋ। ਆਪਾਂ ਨਵੀਂ ਕ੍ਰਾਂਤੀ ਲੈ ਕੇ ਆਉਣੀ ਹੈ। ਆਪਾਂ ਹੁਣ ਭਾਸ਼ਣਾਂ ਦੇ ਵਿੱਚ ਭਾਈਚਾਰਾ ਕਿਹਾ ਕਰਨਾ, ਭਾਈਚਾਰਾ ਨਹੀਂ ਕਿਹਾ ਕਰਨਾ, ਠੀਕ ਹੈ। ਚਲੋ ਵਾਪਸ ਆ ਗਏ। ਜਿਹੜੇ ਆਪਣੇ ਕਿੰਨੇ ਅੱਖਰ ਹੈ, ਲਿਬਰਟੀ ਹੈ, ਇਕੁਐਲਿਟੀ ਹੈ, ਫਰੈਟਰਨਿਟੀ ਹੈ। ਯਾਦ ਰੱਖਿਓ ਇਹ ਤਿੰਨੇ ਅੱਖਰ ਆਪਾਂ ਲਏ ਆ ਫਰਾਂਸ ਤੋਂ। ਤਿੰਨੇ ਅੱਖਰ ਆਪਾਂ ਲਏ, ਪਰ ਫਰਾਂਸ ਕਿਵੇਂ ਪੇਪਰ 'ਚ ਨਾ ਆਪਣਾ ਆਪਸ਼ਨ ਸਿੱਧਾ ਨਹੀਂ ਪਾਉਂਦੇ ਹੋ ਵੀ ਅਮਰੀਕਾ, ਇੰਗਲੈਂਡ, ਆਇਰਲੈਂਡ, ਫਰਾਂਸ। ਉਹ ਪਾ ਦਿੰਦੇ ਕ੍ਰਾਂਤੀਆਂ ਦੇ ਨਾਮ ਵੀ ਅਮਰੀਕਨ ਰੈਵੋਲੂਸ਼ਨ, ਰਸ਼ੀਅਨ ਰੈਵੋਲੂਸ਼ਨ। ਤਾਂ ਇਹਨਾਂ ਦਾ ਸਮਝ ਆਪਾਂ ਨੂੰ ਹੈਗੀ ਹੈ, ਤਾਂ ਆਪਾਂ ਫਿਰ ਟਿਕ ਲਾ ਦਾਂਗੇ ਫ੍ਰੈਂਚ ਰੈਵੋਲੂਸ਼ਨ, ਕਿਉਂਕਿ ਜਿਹੜੀ ਫਰਾਂਸ 'ਚ ਕ੍ਰਾਂਤੀ ਆਈ ਸੀ ਬੱਚਿਓ, ਇਸੇ ਕ੍ਰਾਂਤੀ ਦੇ ਵਿੱਚੋਂ ਇਹ ਅੱਖਰ ਨਿਕਲ ਕੇ ਆਈ ਸੀ। ਸਮਝ ਗਏ ਇਹ ਗੱਲ ਬਈ, ਯਾਦ ਰੱਖਣੀ ਹੈ। ਚਲੋ ਬੜਾ ਫਿਰ ਪੜ੍ਹਦੇ ਹਾਂ। ਅਸੀਂ ਬਾਰ-ਬਾਰ ਕਹਿ ਰਹੇ ਹਾਂ ਸਾਰਾ ਰੱਟ ਲਓ, ਸਾਰਾ ਰੱਟ ਲਓ। We the people of India have solemnly resolved to constitute India into sovereign, socialist, secular, democratic republic, justice, liberty, equality, fraternity, ਇਸੇ ਲਾਈਨ 'ਚ ਅੱਗੇ ਜਾ ਕੇ ਇੰਟੀਗ੍ਰਿਟੀ। ਜਿਹੜੇ ਆਪਣੇ ਮੂਹਰਲੇ ਤਿੰਨ ਅੱਖਰ ਹੈ ਇਹ ਆਪਾਂ ਲਏ US ਤੋਂ। ਜਿਹੜੇ ਆਹ ਤਿੰਨ ਅੱਖਰ ਹੈ ਇਹ ਤਿੰਨੇ ਆਪਣੇ ਸੰਵਿਧਾਨ ਦੇ ਵਿੱਚ ਹੈ ਨਹੀਂ ਸੀ, ਆਪਾਂ ਬਾਅਦ ਵਿੱਚ ਐਡ ਕੀਤੇ ਹੈ। ਜਿਹੜੇ ਆਹ ਤਿੰਨੇ ਅੱਖਰ ਹੈ ਇਹ ਆਪਾਂ ਫ੍ਰੈਂਚ ਰੈਵੋਲੂਸ਼ਨ ਤੋਂ ਲਏ ਹੈ। ਹੁਣ ਆਪਾਂ ਦੇਖਣਾ ਹੈ ਵੀ ਜਿਹੜਾ ਆਪਣਾ ਇਹ ਪ੍ਰੀਐਮਬਲ ਪੇਜ ਹੈ, ਇਹ ਪ੍ਰੀਐਮਬਲ ਪੇਜ ਡਿਜ਼ਾਈਨ ਕਿਹਨੇ ਕੀਤਾ ਹੈ। ਲਿਖ ਲਓ ਫਿਰ, ਦ ਪ੍ਰੀਐਮਬਲ ਪੇਜ The preamble page is designed by, ये preamble page design किने कीता है? The preamble page is designed by बियोहर राम मनोहर। बियोहर राम मनोहर, ਇਹਦਾ ਨਾਮ ਵੀ ਡਿਜ਼ਾਈਨ ਕੀਤਾ ਹੋਇਆ, ਡਿਜ਼ਾਈਨਰ ਹੀ ਲੱਗਦਾ ਹੈ। ਬਿयोहर ਰਾਮ ਮਨੋਹਰ, ਬਿयोहर ਰਾਮ ਮਨੋਹਰ, ਬਿयोहर ਰਾਮ ਮਨੋਹਰ, ਬਿयोहर ਰਾਮ ਮਨੋਹਰ। ਚਲੋ ਵੀ ਹੁਣ ਆਪਣਾ ਅੱਜ ਦਾ ਬੱਚੋ ਆਖਰੀ ਪੁਆਇੰਟ ਆ ਰਿਹਾ ਹੈ। ਆਪਣੇ ਜਿਹੜਾ ਪ੍ਰੀਐਮਬਲ ਹੈ, ਆਪਣੇ ਪ੍ਰੀਐਮਬਲ ਤੇ ਕੁਝ ਮਹਾਨ ਹਸਤੀਆਂ ਨੇ, ਕੁਝ ਫੇਮਸ ਪਰਸਨੈਲਿਟੀਆਂ ਨੇ ਆਪਣੇ ਪ੍ਰੀਐਮਬਲ ਤੇ ਕਮੈਂਟ ਮਾਰੇ ਹੋਏ ਹੈ ਵੀ ਪ੍ਰੀਐਮਬਲ ਨੂੰ ਉਹਨਾਂ ਨੇ ਕੀ ਕਿਹਾ ਹੈ। ਉਹ ਕੁਝ ਆਪਾਂ ਨੂੰ ਫੇਮਸ ਕਮੈਂਟ ਆਪਣੇ ਪ੍ਰੀਐਮਬਲ ਦੇ ਰਿਗਾਰਡਿੰਗ ਬੱਚਿਓ ਪਤਾ ਹੋਣੇ ਚਾਹੀਦੇ ਹੈ। ਲਿਖ ਲਓ ਫੇਮਸ ਕਮੈਂਟਸ ऑन ਪ੍ਰੀਐਮਬਲ। ਆਪਣੇ ਪ੍ਰੀਐਮਬਲ ਦੇ ਫੇਮਸ ਕਮੈਂਟ ਪਤਾ ਹੋਣੇ ਚਾਹੀਦੇ ਹਨ। ਲਿਖ ਲਓ ਵੀ, ਪਹਿਲਾ ਆਪਣਾ ਆ ਗਿਆ ਠਾਕੁਰਦਾਸ ਭਾਰਗਵ, ਠਾਕੁਰਦਾਸ ਭਾਰਗਵ, ਠਾਕੁਰਦਾਸ ਭਾਰਗਵ, ਠਾਕੁਰਦਾਸ ਭਾਰਗਵ, ਠਾਕੁਰਦਾਸ ਭਾਰਗਵ, ਠਾਕੁਰਦਾਸ ਭਾਰਗਵ। ਠਾਕੁਰਦਾਸ भार्गव ने की क्या है? ठाकुरदास ने भार्गव ने अपने प्रियम्बल बारे की क्या है? वो कहना लिखो, कहना प्रियम्बल इज सोल ऑफ कॉन्स्टिट्यूशन। कहना ये अपने संविधान दी आत्मा, आत्मा। ठाकुरदास भार्गव कहना ये अपने संविधान दी की है? आत्मा। समझ गए? चलो भी दूजा कमेंट मारे NA पलखीवाला ने। इसने कौन सा कमेंट मारे है? ये कहना प्रियम्बल अपना की है? ये कहता जी प्रियम्बल कहता अपना आइडेंटिटी कार्ड है। जिवें बसां च नहीं चलाउंदे आपां ID कार्ड, कहना तुसीं प्रियम्बल सुना दो तो तुहाडी टिकट हाफ लग्या करूगी। तो याद रखियो अज तो बाद तां कहना प्रियम्बल बहुत काम दी चीज़ है। ये आपां नूं स्टूडेंट होण दा एहसास भी दिवाउंदी है। तो कनैक्टर मान लूगा भी चल हाँ मुंडे नूं प्रियम्बल आउंदा है, चलो टिकट माफ भी कर सकदा है, क्योंकि NA पलखीवाला ने कहा है कि preamble is identity card of constitution। ये identity card है, preamble अपना याद रखना है। चलो भाई एक कमेंट होर रह गया अपना, वो कमेंट अपना हैगा जी KM मुंशी, KM मुंशी, मुंशी साहब आ गए। मुंशी साहब कहते जी preamble अपना की है? पॉलिटिकल हॉरोस्कोप ऑफ कॉन्स्टिट्यूशन। झाकड़ मुंशी सीगा, इन्हें पर मुंशी वाली गल करती। हॉरोस्कोप मतलब हुंदा है, ਇਹਦਾ मतलब की होया लैन दा? कुंडली। ਇਹਨੂੰ ਆਪਾਂ ਕਹਿੰਦੇ ਨੇ ਕੁੰਡਲੀ, ਜਿਹੜੀ ਆਪਾਂ ਵਿਆਹਾਂ ਵੇਲੇ ਬਣਾਉਂਦੇ ਨਹੀਂ। ਇਹ ਕਹਿੰਦਾ ਪ੍ਰੀਐਮਬਲ ਆਪਣੇ ਸੰਵਿਧਾਨ ਦੀ ਕੁੰਡਲੀ ਹੈ।
कहता प्रियंबल अपने संविधान दी की है कुंडली। समझ गए? चलो भी ये अपना संविधान का अज आप सारा गत्ता डिस्कस करे। मैं बार बार तां रिपीट कर रहे हैं क्योंकि दिमाग दे विच हमेशा लिए फिट होना चाहिए। दोबारे फिर पढ़दा मैं। We the people of India have solemnly resolved to constitute India into sovereign, socialist, secular, democratic republic. Justice, liberty, equality, fraternity, फिर integrity। 3 अखर US, 3 अखर फ्रांस, 3 अखर बाद में ऐड कीते है। ये डिजाइन किने कीता है? बियोहर राम मनोहर ने। आ 3 कमेंट लिखने हैं। ਹੁਣ ਸਭ ਤੋਂ ਵੱਡੀ ਗੱਲ ਪਤਾ ਕੀ ਹੈ? ਮੈਂ ਤੁਹਾਨੂੰ ਕੀ ਕਹਿ ਰਿਹਾ, ਇਹ ਲਿਖਿਆ ਸੀ ਗੱਤੇ ਤੇ ਲਿਖਿਆ ਸੀ ਤਾਂ ਆਪਣੀ ਮਤਲਬ ਹਿੰਦੁਸਤਾਨ 'ਚ ਇਹਨੂੰ ਪ੍ਰੀਅੰਬਲ ਨੂੰ ਸੰਵਿਧਾਨ ਦਾ ਪਾਰਟ ਮੰਨਦੇ ਨਹੀਂ ਸੀ। ਤੇ ਇਹੀ ਗੱਲ ਕੇਰਾ ਇੱਕ ਵਾਰੀ ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਕਹਿੰਦਾ ਪ੍ਰੀਅੰਬਲ ਇਜ਼ ਨਾਟ ਪਾਰਟ ਆਫ ਦੀ ਕਨਸਟੀਟਿਊਸ਼ਨ। पर बाद च लग्या सुप्रीम कोर्ट में भी तो पतंदर सरकार तो गंदियां अपनियां भी तो प्रियंबल नाल छेड़छाड़ कर देंगे, अखर चक देंगे, डिलीट कर देंगे, रिमूव कर देंगे, गंद पा देंगे, मुकते गंद पा देंगे। फिर सुप्रीम कोर्ट ने आपदा वर्डिक्ट बदल लिया। वो कहते नहीं जी, कहते प्रियंबल इज आलसो दी पार्ट ऑफ कॉन्स्टिट्यूशन। तां ही आपां नूं मतलब की है संविधान दा पार्ट ही मानते हैं। तो वो 2 केस किहड़े है? अपने अज दा आखिरी पॉइंट है, पक्का पूछणगे भी किहड़े केस दे विच सुप्रीम कोर्ट क्या बोली। देखते हैं सुप्रीम कोर्ट क्या बोली। स्टार मार के अज दा पॉइंट आखिरी। इन बेरूबरी केस, इस केस से देखो सुप्रीम कोर्ट हेल्ड दैट preamble is not the part of constitution. Preamble is not the part of constitution, but सुप्रीम कोर्ट ने फिर कहता इन केशव नंदा भारती केस, केशव नंदा भारती केस, बट इन केशव नंदा भारती केस सुप्रीम कोर्ट डिक्लेयर्ड, सुप्रीम कोर्ट डिक्लेयर्ड preamble, सुप्रीम कोर्ट डिक्लेयर्ड preamble is part of the constitution। चलो भाई आप दोनों केस भी याद रखने हैं। ये दोनों केस अपने प्रियंबल के अकॉर्डिंग है। ये केस वैसे जो बेरूबरी वाला है ये 1960 का केस है, जो केशव नंदा वाला है ये 1973 का केस है। समझ गए? ये दोनों केसां दे विच सुप्रीम कोर्ट ने पहला तो कहता भी प्रियंबल इज नॉट पार्ट, फिर कहते प्रियंबल इज पार्ट। तो अहीं आपां संविधान फिर स्टार्ट होना प्रियंबल तो कीता। ठीक है, चलो फिर हुण आपां फिर करांगे नैक्सट क्लास दे विच संविधान दा पार्ट नंबर पहला स्टार्ट करन जा रहे हैं नैक्सट क्लास दे विच। उस तो बाद संविधान अपना पूरा फिर घैंट पूरा लार्ज स्केल ते पहुँच जाना। जिंदगी स्वाद आया करो सारी उम्र भी क्या संविधान पढ़िया होए, क्या संविधान चीज़ है। तो एक चीज़ होर भी है, संविधान पढ़न लगे कदे भी आपां आपदा परसनल दिमाग नहीं लाउणा, आपदी पर्सनल नॉलेज पेपर चैक नहीं करनी। मतलब पेपर दे विच आपदे अकॉर्डिंग नहीं सोचना भी आ तो यार मैं सुनदा है भी आ चीज़ आए हैं मैं ऐ टिक ला देना। नहीं, आपां पेपर दे विच कोई भी चीज़ टिक लाउणी है अकॉर्डिंग टू कॉन्स्टिट्यूशन लाउणी है। बेशक दी किवें लिखी है, बेशक दी वो चीज़ मुल्क च हैगी है, बेशक दी मुल्क च है नहीं, फिर भी आपां संविधान के अकॉर्डिंग चलना है। आपदा दिमाग आपां नहीं लाउणा। वैसे तो फायदा हो गया, वो दिमाग तो आपां उवें ही लाउंदे, इह च तां बड़ा फायदा आपां लाउणा भी नहीं, काम ही निबड़ गया। तो कुल मिला के बस फिर यही लैक्चर फिर आपां संविधान का पार्ट नंबर पहला स्टार्ट करांगे बच्चों नैक्सट क्लास दे विच। ठीक है, बाकी जिसनूं कोई पॉलिटी दे विच कोई भी इंट्रोडक्शन च अज तक डाउट आया है पिछलियां अपनियां 2-3 क्लासां दे विच तां तुसीं मेरे मतलब व्हाट्सअप नंबर पर आपका कमेंट करके जरूर पूछ लो। ठीक है, वैसे बहुत रेयर चांस है भी आऊगा, पर ऐ होंदा भी अपना बैकग्राउंड नहीं होंदा पॉलिटी का, फर्स्ट टाइम पढ़ रहे हैं भी कोई स्पीड की प्रॉब्लम आ रही है या होर किसी तरीके की प्रॉब्लम आ रही है, समझ की प्रॉब्लम आ रही है तो तुसीं मैंने एक बार जरूर दस दो। ठीक है, फिर मैं उस चीज़ पर गौर करूँगा नैक्सट वीडियो के क्योंकि हुण अपना संविधान स्टार्ट हो गया धमाकेदार तरीके। ठीक है, चलो ठीक है, फिर सत श्री अकाल सारिआं नूं।